ਕਹਿੰਦੇ ਜਿਸ ਵਕਤ ਐਮਨਾਬਾਦ ਦੀ ਧਰਤੀ ਦੇ ਉੱਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਪਾਵਨ ਕੌਤਕ ਜਿਹੜਾ ਸੀ ਉਹ ਦੁਹਰਾਉਣਾ ਕੀਤਾ ਹੈ। ਤਲਵੰਡੀ ਕੀ ਕਹੋ ਸੁਨਿਓ ਦਿਆ ਨਿਦਾਨ। ਹੁਣ ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਦੂਸਰੇ ਪਾਸੇ ਤਲਵੰਡੀ ਵਿੱਚ ਕੀ ਹੋਇਆ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਐਮਨਾਬਾਦ ਦੀ ਧਰਤੀ 'ਤੇ ਰਹਿੰਦੇ ਪਏ ਸਨ, ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਤਲਵੰਡੀ ਦੇ ਵਿੱਚ ਭੇਜ ਦਿੱਤਾ ਸੀ ਕਿ ਤੂੰ ਜਾ ਕੇ ਸਤਿਕਾਰਯੋਗ ਪਿਤਾ ਬਾਬਾ ਕਾਲੂ ਜੀ, ਮਾਤਾ ਤ੍ਰਿਪਤਾ ਦੇਵੀ ਜੀ, ਨਾਲ ਹੀ ਉਸ ਤਲਵੰਡੀ ਦੇ ਮੁਖੀਏ ਰਾਏ ਬੁਲਾਰ ਦਾ ਹਾਲ ਚਾਲ ਜਾਣ ਕੇ ਆ। ਔਰ ਭਾਈ ਮਰਦਾਨਾ ਜੀ ਹਾਲ ਚਾਲ ਜਾਣਨ ਵਾਸਤੇ ਆ ਜਾਂਦੇ ਨੇ। ਔਰ ਮਰਦਾਨਾ ਜੀ ਦੇ ਮਗਰੋਂ ਹੀ ਐਮਨਾਬਾਦ ਦੀ ਧਰਤੀ ਦੇ ਉੱਪਰ ਉਹ ਕੌਤਕ ਦੁਹਰਾਇਆ ਜਾਂਦਾ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਧਨਾੜ ਪੁਰਸ਼, ਹੰਕਾਰੀ ਪੁਰਸ਼ ਮਲਕ ਭਾਗੋ ਦਾ ਹੰਕਾਰ ਦੂਰ ਕਰਦੇ ਨੇ। ਕਹਿੰਦੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਲਕ ਭਾਗੋ ਦਾ ਹੰਕਾਰ ਦੂਰ ਕਰਕੇ ਉਹਨੂੰ ਸੱਚ ਦਾ ਉਪਦੇਸ਼ ਦਿੱਤਾ, ਹੁਣ ਦੂਸਰੇ ਪਾਸੇ ਤਲਵੰਡੀ ਵਿੱਚ ਕੀ ਹੋਇਆ ਕਵੀ ਸੰਤੋਖ ਸਿੰਘ ਜੀ ਦਰਸਾ ਰਹੇ ਹਨ। ਕਵੀ ਸੰਤੋਖ ਸਿੰਘ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਇਹ ਅਗਲਾ ਪਾਵਨ ਇਤਿਹਾਸ ਜਿਹੜਾ ਹੈ ਮੈਂ ਆਪ ਜੀ ਨੂੰ ਸਰਵਣ ਕਰਵਾਉਣ ਲੱਗਾ ਹਾਂ, ਸੁਣਾਉਣ ਲੱਗਾ ਹਾਂ। ਕਹਿਣ ਲੱਗੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਾਥੀ ਜਿਹਨੂੰ ਬਾਲਾ ਵੀ ਕਿਹਾ ਗਿਆ ਹੈ, ਕਹਿੰਦੇ ਉਹ ਤਲਵੰਡੀ ਵਿੱਚ ਆਇਆ ਹੋਇਆ ਸੀ। ਔਰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਮਹਿਤਾ ਕਲਿਆਣ ਦਾਸ ਜੀ ਨੂੰ ਕਿ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਸਾਥੀ ਨੇ ਉਹ ਤਲਵੰਡੀ ਦੇ ਵਿੱਚ ਆਏ ਹੋਏ ਹਨ। ਕਹਿੰਦੇ ਦੌੜ ਕੇ ਫਿਰ ਬਾਬਾ ਕਾਲੂ ਜੀ ਉਸ ਸਾਥੀ ਕੋਲ ਆਉਂਦੇ ਨੇ। ਆਣ ਕੇ ਸਾਰਿਆਂ ਤੋਂ ਪਹਿਲਾਂ ਸੁੱਖ ਸ਼ਾਂਤ ਪੁੱਛਦੇ ਨੇ, ਹਾਲ ਚਾਲ ਪੁੱਛਦੇ ਹਨ। ਦੇ ਕਰ ਕੁਸ਼ਲ ਨਾਨਕ ਕੀ ਤਬ ਪੁੰਨ ਨਾਨਕ ਬਿਰਤਾਤ ਪਨਿਓ ਸਭ। ਕਹਿੰਦੇ ਫਿਰ ਬਾਬਾ ਕਾਲੂ ਜੀ ਨੇ ਪੁੱਛਿਆ ਕਿ ਦੱਸੋ ਬੇਬੇ ਨਾਨਕੀ ਦਾ ਕੀ ਹਾਲ ਹੈ, ਮੇਰੀ ਪੁੱਤਰੀ ਦਾ ਕੀ ਹਾਲ ਹੈ। ਔਰ ਉਸ ਨੇ ਫਿਰ ਜਿੱਥੇ ਬੇਬੇ ਨਾਨਕੀ ਜੀ ਦਾ ਹਾਲ ਦੱਸਿਆ, ਉਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਰੇ ਦੱਸਣਾ ਜਿਹੜਾ ਹੈ ਉਹ ਆਰੰਭ ਕੀਤਾ ਹੈ। ਬਾਬਾ ਕਾਲੂ ਜੀ ਨੂੰ ਦੱਸਿਆ ਗਿਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ 3 ਦਿਨ ਨਦੀ ਦੇ ਵਿੱਚ ਅਲੋਪ ਰਹੇ। ਇਹ ਨਦੀ ਪ੍ਰਵੇਸ਼ ਵਾਲੀ ਜਿਹੜੀ ਘਟਨਾ ਹੋਈ ਸੀ। ਜਦੋਂ ਫਿਰ ਨਦੀ ਤੋਂ ਬਾਹਰ ਆਏ ਫਿਰ ਸਤਿਗੁਰੂ ਨੇ ਕੋਈ ਵੀ ਕੰਮ ਕਾਜ ਜਿਹੜਾ ਉਹ ਨਹੀਂ ਕੀਤਾ। ਕਹਿੰਦੇ ਫਿਰ ਮੋਦੀਖਾਨਾ ਵੀ ਛੱਡ ਦਿੱਤਾ, ਗਰੀਬ ਗੁਰਦੇ ਲੋਕਾਂ ਨੂੰ ਬਹੁਤ ਸਾਰਾ ਦਾਨ ਵੀ ਦੇ ਦਿੱਤਾ। ਤੇ ਫਿਰ ਜਦੋਂ ਨਵਾਬ ਨੇ ਉਸ ਮੋਦੀਖਾਨੇ ਦਾ ਹਿਸਾਬ ਕਰਵਾਇਆ ਸੀ, ਕਹਿੰਦੇ ਫਿਰ ਜਦੋਂ ਹਿਸਾਬ ਹੋਇਆ ਮੋਦੀਖਾਨੇ ਦਾ ਤੇ ਉਸ ਹਿਸਾਬ ਦੇ ਵਿੱਚ 760 ਰੁਪਈਏ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਕਾਇਆ ਨਿਕਲਿਆ। ਉਦੋਂ ਰਜਤਪਨ ਕਿਹਾ ਜਾਂਦਾ ਸੀ। 760 ਰਜਤਪਨ ਜਿਹੜੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਕਾਇਆ ਨਿਕਲਦਾ ਹੈ। ਇਹ ਵੀ ਦੱਸਿਆ ਗਿਆ ਕਾਲੂ ਜੀ ਨੂੰ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਤਿਕਾਰਯੋਗ ਸਹੁਰਾ ਜੀ ਮੂਲ ਚੰਦ ਨੇ ਨਵਾਬ ਦੇ ਕੋਲ ਫਰਿਆਦ ਕਰਕੇ ਉਹ ਜਿਹੜੇ ਪੈਸੇ ਸੀ ਉਹ ਮੰਗਣਾ ਕੀਤੇ ਕਿ ਪੈਸੇ ਜਿਹੜੇ ਹੈ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੁੱਤਰਾਂ ਦੇ ਬੰਦੇ ਹਨ। ਇਹ ਵੀ ਦੱਸ ਦਿੱਤਾ ਗਿਆ ਬਾਬਾ ਕਾਲੂ ਜੀ ਨੂੰ ਕਿ ਮੂਲ ਚੰਦ ਆਪਣੀ ਸਪੁੱਤਰੀ ਭਾਵ ਮਾਤਾ ਸੁਲੱਖਣੀ ਨੂੰ ਲੈ ਕੇ ਚਲੇ ਗਏ ਤੇ ਜਿਹੜੇ ਸ਼੍ਰੀ ਚੰਦ ਜੀ ਹਨ ਉਹ ਉੱਥੇ ਸੁਲਤਾਨਪੁਰ ਦੇ ਵਿੱਚ ਹੀ ਬੇਬੇ ਨਾਨਕੀ ਦੇ ਕੋਲ ਟਿਕਦੇ ਹੈ ਤੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਆਪਣੇ ਪੇਕੇ ਬਟਾਲੇ ਚਲੇ ਜਾਂਦੇ ਹਨ। ਇਸ ਤੋਂ ਬਾਅਦ ਫਿਰ ਜੋ ਕੁਝ ਸੁਲਤਾਨਪੁਰ ਦੀ ਧਰਤੀ ਤੇ
ਉਸ ਮਸੀਤ ਵਿੱਚ ਵਾਪਰਿਆ ਸੀ, ਉਹ ਵੀ ਸਾਰੀ ਜਿਹੜੀ ਘਟਨਾ ਹੈ ਉਹ ਵੀ ਬਾਬਾ ਕਾਲੂ ਜੀ ਨੂੰ ਦੱਸੀ ਗਈ ਹੈ। ਨਾਨਕ ਲਗ ਹਰਿ ਅਵਤਾਰਾ ਕੁਲ ਤੁਮਰੀ ਸਭ ਨਿਉ ਉਜਾਰਾ। ਦੱਸਿਆ ਗਿਆ ਕਿ ਬਾਬਾ ਕਾਲੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਹਰੀ ਦਾ ਅਵਤਾਰ ਹਨ। ਉਹਨਾਂ ਨੇ ਤੁਹਾਡੀ ਕੁੱਲ ਨੂੰ ਜਿਹੜਾ ਹੈ ਔਰ ਰੋਸ਼ਨ ਕਰ ਦਿੱਤਾ ਹੈ, ਚਾਨਣ ਦੇ ਦਿੱਤਾ ਹੈ। ਵੈਸੇ ਵੈਰ ਅਭੀ ਉਦਿਆਨਾ ਕਬ ਕਬ ਆਵੇ ਸੁਸਾ ਸਥਾਨਾ। ਕਹਿਣ ਲੱਗੇ ਕਿ ਸੁਲਤਾਨਪੁਰ ਤੇ ਰਹਿੰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਮਹਾਰਾਜ ਨਗਰ ਤੋਂ ਬਾਰ-ਬਾਰ ਜਿਹੜਾ ਜੰਗਲ ਸੀ ਉੱਥੇ ਬੈਠੇ ਰਹਿੰਦੇ ਸਨ। ਕਦੇ ਕਦਾਏ ਭੈਣ ਨਾਨਕੀ ਨੂੰ ਮਿਲਣ ਵਾਸਤੇ ਆਉਂਦੇ ਸਨ। ਕਰ ਕਾਲੂ ਰਿਸ ਪੁਜਾਈ ਬੋਬਦ ਮੁਸੋ ਕੀਨ ਲੜਾਈ। ਫਿਰ ਜਿਉਂ-ਜਿਉਂ ਬਾਬਾ ਕਾਲੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ ਸੁਣਦੇ ਜਾ ਰਹੇ ਸਨ ਤੇ ਬਾਬਾ ਕਾਲੂ ਜੀ ਦੇ ਅੰਦਰ, ਪਿਤਾ ਮਹਿਤਾ ਕਲਿਆਣ ਦਾਸ ਜੀ ਦੇ ਅੰਦਰ ਤਿਉਂ-ਤਿਉਂ ਗੁੱਸਾ ਜਿਹੜਾ ਉਹ ਪੈਦਾ ਹੁੰਦਾ ਜਾ ਰਿਹਾ ਸੀ। ਬਲਕਿ ਇੱਥੋਂ ਤੱਕ ਇਤਿਹਾਸ ਸੁਣਾਉਣ ਵਾਲੇ ਦੇ ਨਾਲ ਵੀ ਮਹਿਤਾ ਕਲਿਆਣ ਦਾਸ ਜੀ ਅੱਗੋਂ ਝਗੜਾ ਕਰਦੇ ਪਏ ਸਨ। ਨਾਨਕ ਕਰਤੇ ਬਹੁਤ ਕਮਾਈ ਸੀ ਬਲ ਤੇ ਦੀਨ ਗਵਾਈ। ਕਹਿਣ ਲੱਗੇ ਕਿ ਆਖਦੇ ਸਨ ਮੇਰੇ ਪੁੱਤਰ ਨਾਨਕ ਨੇ ਕਮਾਈ ਤੇ ਬਹੁਤ ਕੀਤੀ, ਪਰ ਉਹ ਕਮਾਈ ਜਿਹੜੀ ਹੈ ਉਹ ਲੋਕਾਂ ਨੂੰ ਦਾਨ ਕਰਕੇ ਗਵਾ ਦਿੱਤੀ ਹੈ। ਮੋਦੀ ਕ੍ਰਿਤ ਮੈਂ ਦਰਬ ਬਹੁ ਵਦਤ ਆਵਤੇ ਹਾਥ। ਕਹਿੰਦੇ ਜਦੋਂ ਮੋਦੀ ਖਾਨੇ ਦਾ ਕੰਮ ਕਰਦਾ ਸੀ ਨਾਨਕ, ਮਹਿਤਾ ਕਲਿਆਣ ਦਾਸ ਜੀ ਆਖ ਰਹੇ ਨੇ, ਕਹਿੰਦੇ ਉਦੋਂ ਬਹੁਤ ਸਾਰਾ ਧਨ ਜਿਹੜਾ ਸੀ ਨਾ, ਮਾਇਆ ਜਿਹੜੀ ਸੀ ਉਹਦੇ ਹੱਥ ਵਿੱਚ ਆ ਗਈ ਸੀ। ਬਲ ਤੇ ਖੋਏ ਕਾ ਦੀਨ ਫਕੀਰਨ ਸਾਥ। ਕਹਿੰਦੇ ਫਿਰ ਫਕੀਰਾਂ ਨੂੰ ਲੁਟਾ ਦਿੱਤੀ ਸਾਰੀ ਦੀ ਸਾਰੀ, ਔਰ ਉਹਨਾਂ ਫਕੀਰਾਂ ਨੂੰ ਜਿਹੜੀ ਹੈ ਉਹ ਦੇ ਦੇ ਕੇ ਉਹ ਸਾਰਾ ਧਨ ਜਿਹੜਾ ਮਾਇਆ ਜਿਹੜੀ ਉਜਾੜ ਦਿੱਤੀ ਗਈ ਹੈ। ਲਾਏ ਫਕੀਰ ਨਮਾਈ ਕੁਲ ਦੁਰੀ ਤਬ ਮੁਝ ਸੋ ਪ੍ਰਾਹੀ। ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸਨ ਉਹ ਫਕੀਰਾਂ ਦੇ ਨਾਲ ਰਲ ਕੇ ਬਾਬਾ ਕਾਲੂ ਜੀ ਕਹਿ ਰਹੇ ਸਨ। ਤੇ ਇਥੋਂ ਤੱਕ ਕਿ ਜਿਹੜਾ ਸਾਥੀ ਗੁਰੂ ਨਾਨਕ ਸਾਹਿਬ ਜੀ ਦਾ ਦੱਸ ਰਿਹਾ ਹੈ ਉਹਦੇ ਨਾਲ ਮਹਿਤਾ ਕਲਿਆਣ ਦਾ ਝਗੜਾ ਕਰਦੇ ਕਿ ਤੂੰ ਸਾਰਾ ਕੁਝ ਜਿਹੜਾ ਮੈਨੂੰ ਦੱਸਿਆ ਨਹੀਂ, ਇਸ ਕਰਕੇ ਤੂੰ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਫਕੀਰਾਂ ਦੇ ਨਾਲ ਰਲਾਇਆ ਸੀ। ਹੋਇਆ ਖਾਨ ਘਰ ਬੈਸਾ ਦਰਬ ਲਟਾਇਓ ਨਹੀਂ ਰਖੇਸਾ। ਕਹਿਣ ਲੱਗੇ ਸਾਰਾ ਦਰਬ ਸਾਰਾ ਧਨ ਉਹਨੇ ਲੁਟਾ ਦਿੱਤਾ, ਤੂੰ ਸਾਂਭ ਕੇ ਨਹੀਂ ਰੱਖ ਸਕਿਆ। ਤੂੰ ਰਮਾਨ ਦੇ ਨਾਲ ਸਾਰਾ ਕੁਝ ਵੇਖਦਾ ਰਿਹਾ ਔਰ ਘਰ ਬੈਠਾ ਰਿਹਾ। ਤੈਨੂੰ ਚਾਹੀਦਾ ਸੀ ਤੂੰ ਗੁਰੂ ਨਾਨਕ ਸਾਹਿਬ ਨੂੰ ਵਰਜ ਲੈਂਦਾ। ਇਕੱਠੇ ਦਰਬ ਨਕਸ਼ ਕਰਵਾਇਓ ਜੋ ਆਇਓ ਸਭ ਬਾਦ ਲਟਾਇਓ। ਜੋ ਕੁਝ ਵੀ ਗੁਰੂ ਨਾਨਕ ਸਾਹਿਬ ਨੂੰ ਮਿਲਦਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਰਾ ਕੁਝ ਲੁਟਾ ਦਿੰਦੇ ਸੀ। ਐਵੇਂ ਕਰਕੇ ਫਿਰ ਬਾਬਾ ਕਾਲੂ ਜੀ ਨਾਲੇ ਸਾਰਾ ਕੁਝ ਸੁਣਦੇ ਗਏ ਤੇ ਨਾਲੇ ਫਿਰ ਗੁੱਸੇ ਹੁੰਦੇ ਗਏ। ਬਹੁਤ ਖਰਚੇ ਖੁਸ਼ੀ ਜੋਰੀ ਧਨ ਕੀ ਕਮੀ ਨ ਮਨ ਮੈਂ ਥੋਰੀ। ਕਹਿਣ ਲੱਗੇ ਬਹੁਤ ਸਾਰਾ ਧਨ ਜਿਹੜਾ ਕਮਾਇਆ ਸੀ ਤੁਸੀਂ ਦੋਵਾਂ ਨੇ ਰਲ ਕੇ ਖਰਾਬ ਕੀਤਾ ਹੈ ਤੇ ਉਹ ਜਿਹੜਾ ਧਨ ਹੈ ਉਹ ਸਾਰੇ ਲੋਕਾਂ ਨੂੰ ਲੁਟਾ ਕੇ ਤੇ ਬਰਬਾਦ ਕਰ ਦਿੱਤਾ ਹੈ। ਜਿਵੇਂ ਦੇ ਤੁਸੀਂ ਪਹਿਲਾਂ ਸੀ ਉਵੇਂ ਦੇ ਤੁਸੀਂ ਹੁਣ ਹੋ ਤੇ ਕੁਛ ਵੀ ਜਿਹੜਾ ਤੁਸੀਂ ਸਾਂਭਿਆ ਨਹੀਂ। ਐਵੇਂ ਕਰਕੇ ਮੈਂ ਤਾਂ ਕਾਲੂ ਜੀ ਜਿਹੜਾ ਸੁਣਾ ਰਿਹਾ ਉਸੇ ਨਾਲ ਹੀ ਝਗੜਾ ਕਰੀ ਜਾ ਰਹੇ ਸਨ। ਕਰ ਮੈਂ ਪੁਨ ਬਚਨੇ ਲਾਈ ਸੁਤਾ ਸੁਤਾ ਪ੍ਰਤ ਬੂਝਤ ਜਾਈ। ਫਿਰ ਅੱਗੋਂ ਫਿਰ ਉਸ ਨੇ ਜਵਾਬ ਦਿੱਤਾ, ਕਹਿਣ ਲੱਗਿਆ ਕਾਲੂ ਜੀ ਮੇਰੇ ਨਾਲ ਗੁੱਸੇ ਨਾ ਹੋ, ਮੇਰੇ ਨਾਲ ਨਾਰਾਜ਼ ਨਾ ਹੋ। ਭਾਵੇਂ ਤੁਸੀਂ ਆਪਣੇ ਸਪੁੱਤਰੀ ਨੂੰ ਪੁੱਛ ਲਵੋ, ਭਾਵ ਬੇਬੇ ਨਾਨਕੀ ਨੂੰ ਪੁੱਛ ਲਵੋ, ਭਾਵੇਂ ਤੁਸੀਂ ਆਪਣੇ ਜਵਾਈ ਨੂੰ ਪੁੱਛ ਲਵੋ ਜਿਹੜੇ ਸਤਿਕਾਰਯੋਗ ਬੇਬੇ ਨਾਨਕੀ ਜੀ ਦੇ ਪਤੀ ਸਨ ਜੈ ਰਾਮ ਜੀ, ਉਹਨਾਂ ਨੂੰ ਵੀ ਭਾਵੇਂ ਤੁਸੀਂ ਪੁੱਛ ਲਵੋ। ਬਿਨਾ ਲਖੇ ਕਿਉਂ ਕਰੀਏ ਰੋਸੂ ਰੋਸ ਤਨੇ ਮੁਝ ਮੋਂ ਦੀਜੇ ਦੋਸ਼। ਕਹਿਣ ਲੱਗੇ ਕਿ ਉਹ ਆਖਦਾ ਹੈ, ਸਾਥੀ ਕਹਿੰਦਾ ਕਾਲੂ ਜੀ ਪਹਿਲਾਂ ਆਪਣੀ ਪੁੱਤਰੀ ਨੂੰ ਜਵਾਈ ਨੂੰ ਪੁੱਛੋ ਤਾਂ ਸਹੀ, ਬਿਨਾਂ ਕਾਰਨ ਹੀ ਤੁਸੀਂ ਮੇਰੇ ਨਾਲ ਰੋਸ ਕਰੀ ਜਾ ਰਹੇ ਹੋ। ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ, ਮੈਨੂੰ ਦੋਸ਼ ਨਾ ਦੇਵੋ। ਬਹੁਤ ਬਰਸ ਮੈਂ ਆਪਣੀ ਦਈ ਕਮਾਈ ਖੋਏ। ਕਹਿਣ ਲੱਗੇ ਕਿ ਮੈਨੂੰ ਜਦੋਂ ਪਤਾ ਲੱਗਦਾ ਸੀ ਨਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਕਮਾਈ ਦੂਸਰਿਆਂ ਨੂੰ ਦੇ ਰਿਹਾ ਹੈ। ਸ੍ਰੀ ਨਾਨਕ ਜੰਗ ਸ੍ਰੀ ਨਾਨਕ ਸੰਗ ਰਚਿਓ ਜਾਣਤ ਹੈ ਸਭ ਕੋਈ। ਕਹਿਣ ਲੱਗੇ ਕਿ ਮੈਨੂੰ ਜਦੋਂ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਵਾਲੀ ਕਮਾਈ ਜਿਹੜੀ ਸਾਲਾਂ ਦੇ ਵਿੱਚ ਇਕੱਠੀ ਕਰਦੇ ਨੇ ਦੂਜਿਆਂ ਨੂੰ
ਖਵਾਈ ਜਾ ਰਹੇ ਸਨ, ਦੂਜਿਆਂ ਨੂੰ ਦੇਈ ਜਾ ਰਹੇ ਸਨ। ਧਨ ਕੀ ਮੋਇਤੇ ਰੰਚਾ ਨਾ ਚਾਹੀ, ਜਨਮ ਸੁਧਾਰ ਲਿਖੋ ਪਾਉ ਮਾਹੀ। ਕਹਿਣ ਲੱਗੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਤੇ ਧਨ ਦੀ ਕੋਈ ਲਾਲਸਾ ਨਹੀਂ ਹੈ, ਉਹਨਾਂ ਨੂੰ ਤੇ ਕੋਈ ਲਾਲਚ ਵੀ ਨਹੀਂ ਹੈ। ਤੇ ਮੈਂ ਵੀ ਇਹ ਸਮਝਦਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਸਾਥ ਕਰਕੇ, ਸੰਗ ਮਾਣ ਕੇ ਮੇਰਾ ਜਨਮ ਜਿਹੜਾ ਹੈ ਉਹ ਸੁਧਰ ਜਾਵੇ, ਉਹਦਾ ਸੁਧਾਰ ਹੋ ਜਾਵੇ। ਸੰਗ ਕਿਉਂ ਝਗੜੋ ਤੁਮ ਐਸੇ, ਬੂਝੋ ਸੁਤਾ ਭਈ ਬਿਦ ਜੈਸੇ। ਕਹਿੰਦਾ ਹੈ ਕਿ ਤੁਸੀਂ ਆਪਣੀ ਪੁੱਤਰੀ ਨੂੰ ਪੁੱਛ ਲਵੋ, ਮੇਰੇ ਨਾਲ ਝਗੜਾ ਨਾ ਕਰੋ। ਉਦੋਂ ਬੇਦੀ ਇਦਾਂ ਦੀ ਬਣ ਗਈ ਸੀ, ਮਾਹੌਲ ਹੀ ਇਦਾਂ ਦਾ ਬਣ ਗਿਆ ਸੀ। ਸੁਨ ਕਾਲ ਤੈ ਗਿਓ, ਕਾਲ ਬਤੀਤ ਕਛੁ ਤਹਿ ਭਿਓ। ਕਹਿੰਦੇ ਕਿ ਇਹ ਸਾਰਾ ਕੁਝ ਕਰਕੇ, ਝਗੜਾ ਕਰਕੇ, ਗੱਲਾਂ ਸੁਣ ਕੇ ਮਹਿਤਾ ਕਾਲੂ ਜੀ ਉੱਥੋਂ ਫਿਰ ਚਲੇ ਜਾਂਦੇ ਨੇ। ਅਜੇ ਥੋੜਾ ਹੀ ਜਿਹੜਾ ਸਮਾਂ ਬੀਤਿਆ ਸੀ ਤੇ ਭਾਈ ਮਰਦਾਨਾ ਜੀ ਤਲਵੰਡੀ ਵਿੱਚ ਆ ਜਾਂਦੇ ਹਨ। ਉਹਨੇ ਆਣ ਕੇ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਮਿਲਿਆ, ਬੜੀ ਖੁਸ਼ੀ ਮਹਿਸੂਸ ਕੀਤੀ, ਸਾਰਿਆਂ ਦੇ ਨਾਲ ਗੱਲਬਾਤ ਕਰਦਾ ਹੈ। ਜਦੋਂ ਹੁਣ ਕਾਲੂ ਜੀ ਨੂੰ ਪਤਾ ਲੱਗਾ ਕਿ ਭਾਈ ਮਰਦਾਨਾ ਜੀ ਆਏ ਨੇ ਤਲਵੰਡੀ ਦੇ ਵਿੱਚ, ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਆਪਣੇ ਕੋਲ ਬੁਲਾ ਲਿਆ ਤੇ ਉਹਦੇ ਕੋਲੋਂ ਸਾਰੀ ਖਬਰ ਜਿਹੜੀ ਪੁੱਛਣੀ ਸ਼ੁਰੂ ਕੀਤੀ ਹੈ। ਫਿਰ ਪੁੱਛਿਆ ਗਿਆ, ਮਰਦਾਨੇ ਨੂੰ ਪੁੱਛਿਆ, ਨਾਨਕ ਕਿੱਥੇ ਹੈ? ਤੂੰ ਉਸ ਨੂੰ ਵੇਖਿਆ, ਕੀ ਕਰਦਾ ਪਿਆ ਹੈ? ਤੇ ਕਾਲੂ ਜੀ ਕਹਿੰਦੇ ਨੇ, ਦੱਸ ਨਾਨਕ ਥੋੜਾ ਬਹੁਤਾ ਸਿਆਣਾ ਹੋਇਆ ਏ ਜਾਂ ਅਜੇ ਵੀ ਉਹ ਪਹਿਲਾਂ ਦੀ ਤਰ੍ਹਾਂ ਹੀ ਰਹਿੰਦਾ ਹੈ? ਅੱਗੋਂ ਫਿਰ ਭਾਈ ਮਰਦਾਨਾ ਜੀ ਆਖਦੇ ਨੇ, ਕਹਿੰਦੇ ਹੇ ਜਜ਼ਮਾਨ, ਮੇਰੇ ਮਾਲਕ, ਕੰਨ ਖੋਲ ਕੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਗੱਲਬਾਤ ਹੈ ਉਹ ਮੇਰੇ ਕੋਲੋਂ ਸੁਣਨਾ ਕਰੋ। ਹੁਣ ਮਰਦਾਨਾ ਜੀ ਵੀ ਉਹੀ ਬਚਨ ਕਹਿੰਦੇ ਨੇ, ਕਾਲੂ ਜੀ, ਜਜ਼ਮਾਨ ਮੇਰੇ ਮਾਲਕ ਜੀ, ਗਿਣਤੀਆਂ ਮਿੰਤੀਆਂ ਨਾ ਕਰੋ, ਬਲਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੁਹਾਡੀ ਸਾਰੀ ਕੁੱਲ ਦਾ ਕਲਿਆਣ ਕਰ ਦਿੱਤਾ ਹੈ। ਮਰਦਾਨਾ ਜੀ ਕਹਿੰਦੇ ਨੇ ਕਾਲੂ ਜੀ ਨੂੰ, ਕਹਿੰਦੇ ਕਿ ਗੁਰੂ ਨਾਨਕ ਸਾਹਿਬ ਸਭ ਤੋਂ ਉੱਪਰ ਨੇ, ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਨੇ, ਜਿਸ ਨੇ ਤੁਹਾਡੇ ਘਰ ਵਿੱਚ ਆਣ ਕੇ ਪ੍ਰਗਟ ਹੋਏ ਨੇ, ਅਵਤਾਰ ਧਾਰਿਆ ਹੈ। ਜਿਹੜਾ ਸਾਰਾ ਸੰਸਾਰ ਜਿਹੜਾ ਏ ਉਹ ਭੈੜੀ ਅਕਲ ਵਿੱਚ, ਮੰਦ ਬੁੱਧੀ ਵਿੱਚ ਫਸਿਆ ਪਿਆ ਹੈ, ਉਹ ਸਾਰੇ ਸੰਸਾਰ ਨੂੰ, ਦੁਨੀਆ ਦੇ ਲੋਕਾਂ ਨੂੰ ਜਮਾਂ ਦੀ ਫਾਹੀ ਵਿੱਚੋਂ ਛਡਾਉਣ ਵਾਸਤੇ ਗੁਰੂ ਨਾਨਕ ਸਾਹਿਬ ਇਸ ਸੰਸਾਰ ਤੇ ਆਏ ਹਨ। ਕਹਿਣ ਲੱਗੇ, ਮਰਦਾਨਾ ਜੀ ਕਹਿੰਦੇ ਨੇ, ਮੈਂ ਤਾਂ ਕਾਲੂ ਜੀ ਨੂੰ ਦੱਸ ਦੇ, ਕਹਿੰਦੇ ਉਹਨਾਂ ਦਾ ਅਸਲ ਭੇਦ ਕੋਈ ਨਹੀਂ ਜਾਣ ਸਕਿਆ, ਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਭੇਦ ਕੋਈ ਪਾਵੇਗਾ। ਉਹਨਾਂ ਦੇ ਕੰਮ ਵੇਖ ਕੇ ਮਨ ਜਿਹੜਾ ਹੈਰਾਨ ਹੋ ਜਾਂਦਾ ਹੈ। ਕਹਿੰਦੇ ਵੱਡੇ ਤੋਂ ਵੱਡੇ ਕਲਾਵਾਨ ਜਿਹੜੇ ਪੀਰ ਫਕੀਰ ਹਨ, ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਅਵਤਾਰ ਵੀ ਅਖਵਾਉਂਦੇ ਨੇ, ਉਹਨਾਂ ਦੇ ਵਿੱਚੋਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਰਾਬਰ ਕੋਈ ਨਹੀਂ ਹੋ ਸਕਦਾ। ਵੱਡੇ ਤੋਂ ਵੱਡੇ ਪੀਰ ਜਿਹੜੇ ਹਨ ਉਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਫਿੱਕੇ ਪੈ ਜਾਂਦੇ ਹਨ, ਉਹਨਾਂ ਦੀ ਇੰਨੀ ਵੱਡੀ ਕਲਾ ਹੈ। ਫਿਰ ਦੱਸਦੇ ਹਨ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਵਕਤ ਏਮਨਾਬਾਦ ਦੀ ਧਰਤੀ ਦੇ ਉੱਪਰ ਟਿਕੇ ਹੋਏ ਹਨ। ਕਹਿੰਦੇ ਕਿ ਏਮਨਾਬਾਦ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਹਨ। ਮੈਂ ਘਰ ਆ ਗਿਆ ਹਾਂ ਹਾਲ ਚਾਲ ਜਾਣਨ ਵਾਸਤੇ, ਆਪ ਸਾਰਿਆਂ ਨੂੰ ਖਬਰਸਾਰ ਦੱਸਣ ਵਾਸਤੇ ਆਇਆ ਹਾਂ। ਕਹਿੰਦੇ ਕਿ ਜਿਹੜੇ ਮਹਿਤਾ ਕਲਿਆਣ ਦਾਸ ਨੂੰ ਅਜੇ ਤੱਕ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਭੇਦ ਦਾ ਨਹੀਂ ਸੀ ਪਤਾ ਲੱਗਾ, ਉਹ ਕਾਲੂ ਮਰਦਾਨੇ ਦੀਆਂ ਗੱਲਾਂ ਸੁਣ ਕੇ ਹੋਰ ਵੀ ਗੁੱਸੇ ਵਿੱਚ ਆ ਜਾਂਦੇ ਹਨ। ਉਹਨਾਂ ਨੇ ਫਿਰ ਹੋਰ ਬੜੇ ਭੈੜੇ ਜਿਹੜੇ ਬੋਲ ਸੀ ਭਾਈ ਮਰਦਾਨਾ ਜੀ ਨੂੰ ਬੋਲਣਾ ਕੀਤੇ।
ਔਰ ਬੜੇ ਭੈੜੇ ਬਚਨਾਂ ਦੇ ਵਿੱਚ ਕਹਿ ਦਿੱਤਾ ਕਿ ਤੂੰ ਬੜਾ ਵੱਡਾ ਮੂਰਖ ਹੈ, ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ। ਮੁਝ ਕੋ ਕਹੇ ਭਿਓਏ ਅਵਤਾਰਾ ਜਿਨ ਸਗਰੋ ਮਮ ਸਦਨੇ ਉਜਾਰਾ। ਕਾਲੂ ਜੀ ਗੁੱਸੇ ਵਿੱਚ ਆਣ ਕੇ ਕਹਿੰਦੇ ਮਰਦਾਨਿਆ ਕਿਹਨੂੰ ਅਵਤਾਰ ਕਹਿਣਾ, ਉਹਨੇ ਮੇਰਾ ਘਰ ਜਾੜ ਕੇ ਰੱਖ ਦਿੱਤਾ ਹੈ। ਜੋ ਹਮਾਰੇ ਤੇ ਮੈਂ ਜਾਨੀ ਜਿਤੇ ਪੀਤ ਫਕੀਰੀ ਠਾਨੀ। ਕਹਿਣ ਲੱਗੇ ਕਿ ਬੜੇ ਭੈੜੇ ਸ਼ਬਦ ਵਰਤਦੇ, ਮੈਂ ਇਹ ਸਮਝ ਲਵਾਂਗਾ ਕਿ ਨਹੀਂ ਆਏ ਗੁਰੂ ਨਾਨਕ ਸਾਹਿਬ। ਇੱਦਾਂ ਦੇ ਸ਼ਬਦ ਜਿਹੜੇ ਕਾਲੂ ਨੇ ਵਰਤ ਦਿੱਤੇ, ਉਹਨੇ ਹੁਣ ਪੀਰਾਂ ਫਕੀਰਾਂ ਵਾਲੀ ਚਾਲ ਜਿਹੜੀ ਉਹ ਫੜ ਲਈ ਹੈ। ਕਿਉਂ ਕਹਿ ਮੋਚਨ ਲੋਚਨ ਨੀਤ ਸੁਤ ਕੇ ਦੁਖ ਮੈਂ ਭਿਓ ਅਤੀਤ। ਇੱਦਾਂ ਕਹਿ ਕੇ ਕਾਲੂ ਜੀ ਬੜੇ ਕਠੋਰ ਬਚਨ ਬੋਲਣ ਤੋਂ ਬਾਅਦ ਚੁੱਪ ਕਰ ਜਾਂਦੇ ਹਨ ਤੇ ਅੱਖਾਂ ਵਿੱਚੋਂ ਨੀਰ ਵਹਿਣ ਲੱਗ ਪੈਂਦਾ ਹੈ। ਪੁੱਤਰ ਦੇ ਗਮ ਵਿੱਚ ਬੇਚੈਨ ਹੋ ਜਾਂਦੇ ਹਨ। ਰਾਏ ਨਿਕਟੇ ਜਾਏ ਸੁਨਾਵਾ ਸੁਨਲੇ ਕਰ ਮਰਦਾਨਾ ਆਵਾ। ਕਿਸੇ ਨੇ ਫਿਰ ਜਾ ਕੇ ਦੱਸ ਦਿੱਤਾ ਰਾਏ ਬੁਲਾਰ ਜੀ ਨੂੰ ਕਿ ਭਾਈ ਮਰਦਾਨਾ ਜੀ ਘਰ ਆਏ ਹਨ ਖਬਰਸਾਰ ਲੈਣ ਵਾਸਤੇ। ਫਿਰ ਰਾਏ ਬੁਲਾਰ ਜੀ ਨੇ ਬੜੀ ਖੁਸ਼ੀ ਦੇ ਨਾਲ ਭਾਈ ਮਰਦਾਨਾ ਜੀ ਨੂੰ ਆਪਣੇ ਕੋਲ ਸੱਦਿਆ ਹੈ ਔਰ ਉਹਨਾਂ ਨੂੰ ਪੁੱਛਣ ਲੱਗੇ ਹਨ। ਨਾਨਕ ਸੁਧ ਦੀਜੀਐ ਕੈਸੇ ਕੀਨੋ ਰੰਗ। ਕਹਿਣ ਲੱਗੇ ਕਿ ਰਾਏ ਬੁਲਾਰ ਪੁੱਛਦੇ ਨੇ ਮਰਦਾਨਿਆਂ ਦੱਸ ਗੁਰੂ ਨਾਨਕ ਸਾਹਿਬ ਮਹਾਰਾਜ ਕਿੱਥੇ ਹਨ, ਸਤਿਗੁਰੂ ਕਿਹੜੇ ਰੰਗ ਦੇ ਵਿੱਚ ਬਿਰਾਜਮਾਨ ਹਨ। ਕਹਿਣ ਲੱਗੇ ਉਹਨਾਂ ਨੇ ਇਸ ਵੇਲੇ ਕਿਹੋ ਜਿਹਾ ਲਿਬਾਸ ਧਾਰਨ ਕੀਤਾ ਹੈ ਔਰ ਇੱਥੋਂ ਤੱਕ ਵੀ ਪੁੱਛ ਲਿਆ ਰਾਏ ਬੁਲਾਰ ਨੇ ਮਰਦਾਨਿਆਂ ਤੂੰ ਉਹਨਾਂ ਦਾ ਸਾਥ ਛੱਡ ਕੇ ਵਾਪਸ ਕਿਉਂ ਆ ਗਿਆ ਹੈ। ਭਾਈ ਮਰਦਾਨਾ ਜੀ ਨੇ ਵੀ ਕਿਹਾ ਰਾਏ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਖੁਦਾ ਦਾ ਕਾਲ ਪੁਰਖ ਵਾਹਿਗੁਰੂ ਦਾ ਰੂਪ ਧਾਰਨ ਕੀਤਾ ਹੈ। ਕਹਿੰਦੇ ਉਹਨਾਂ ਦੀ ਉਪਮਾ ਹੋ ਹੀ ਨਹੀਂ ਸਕਦੀ, ਉਹਨਾਂ ਦੇ ਬਾਰੇ ਕੌਣ ਬਿਆਨ ਕਰ ਸਕਦਾ ਹੈ। ਦੁਨੀਆ ਦੇ ਵਿੱਚ ਉਹਨਾਂ ਦੇ ਬਰਾਬਰ ਦਾ ਹੋਰ ਕੋਈ ਵੀ ਨਜ਼ਰ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਸੰਸਾਰ ਦੇ ਵਿੱਚ ਸਭ ਤੋਂ ਸ੍ਰੇਸ਼ਟ ਪੁਰਸ਼ ਹਨ। ਕਹਿਣ ਲੱਗੇ ਜਿਸ ਤਰ੍ਹਾਂ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਜਗਤ ਵਿੱਚ ਸੰਸਾਰ ਦੇ ਵਿੱਚ ਕੰਮ ਕਰ ਰਹੇ ਹਨ, ਲੋਕਾਂ ਦੇ ਵਿੱਚ ਕੋਈ ਵੀ ਇੱਦਾਂ ਦਾ ਸ਼ਖਸ ਮਨੁੱਖ ਨਹੀਂ ਹੈ ਜਿਹੜਾ ਉਹਨਾਂ ਵਰਗਾ ਕੋਈ ਕੰਮ ਕਰ ਸਕੇ। ਪੀਰਨ ਕੇ ਸਿਰ ਰਾਜਤ ਪੀਰਾ ਮੀਰਨ ਕੇ ਸਿਰ ਮੀਰ ਗੰਭੀਰਾ। ਇੱਥੋਂ ਤੱਕ ਕਹਿ ਦਿੱਤਾ ਭਾਈ ਮਰਦਾਨਾ ਜੀ ਨੇ, ਕਹਿੰਦੇ ਰਾਏ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਪੀਰਾਂ ਦੇ ਵੱਡੇ ਪੀਰ ਹਨ, ਇੱਥੋਂ ਤੱਕ ਕਿ ਬਾਦਸ਼ਾਹਾਂ ਦੇ ਸਭ ਤੋਂ ਵੱਡੇ ਬਾਦਸ਼ਾਹ ਵੀ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਹੈ ਹੀ ਉਹ ਜਿਨ੍ਹਾਂ ਨੇ ਰਾਜ ਜੋਗ ਮਾਣਿਆ ਹੈ, ਉਹ ਸ੍ਰੇਸ਼ਟ ਰਾਜੇ ਵੀ ਹਨ, ਉਹ ਜੋਗੀ ਪੁਰਸ਼ ਵੀ ਹਨ। ਤਾਂ ਹੀ ਭੱਟ ਸਾਹਿਬਾਨ ਨੇ ਕਿਹਾ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਜਿਨ੍ਹਾਂ ਨੇ ਰਾਜ ਵੀ ਮਾਣਿਆ, ਜਿਨ੍ਹਾਂ ਨੇ ਜੋਗ ਵੀ ਮਾਣਿਆ ਹੈ। ਫਿਰ ਕਹਿੰਦੇ ਨੇ ਭਾਈ ਮਰਦਾਨਾ ਜੀ, ਕਹਿੰਦੇ ਰਾਏ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਾ ਕੋਈ ਭੁੱਖ ਲੱਗਦੀ ਹੈ, ਨਾ ਉਹਨਾਂ ਨੂੰ ਕੋਈ ਦੁੱਖ ਹੈ, ਬਲਕਿ ਉਹ ਸਭ ਤੋਂ ਵੱਡੇ ਕਲਾਵਾਨ ਹਨ, ਸਭ ਤੋਂ ਵੱਡੇ ਤਾਕਤ ਵਾਲੇ ਹਨ। ਜਦੋਂ ਫਿਰ ਇਹ ਗੱਲ ਸੁਣੀ ਰਾਏ ਬੁਲਾਰ ਨੇ, ਰਾਏ ਬੁਲਾਰ ਖੁਸ਼ ਹੋ ਕੇ ਕਹਿੰਦਾ ਹੈ ਮਰਦਾਨੇ ਨੂੰ, ਕਹਿੰਦਾ ਸ਼ਾਬਾਸ਼ ਤੂੰ ਜਿੱਦਾਂ ਦੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਕੀਤੀ ਹੈ, ਉਹਨਾਂ ਦਾ ਜਸ ਗਾਇਆ ਹੈ। ਫਿਰ ਅੱਗੋਂ ਰਾਏ ਬੁਲਾਰ ਕਹਿੰਦੇ ਨੇ ਮਰਦਾਨਿਆ ਸੁਣ ਮੇਰੀ ਗੱਲ, ਮੇਰਾ ਸਰੀਰ ਹੁਣ ਜਿਹੜਾ ਉਹ ਵਡੇਰਾ ਹੋ ਗਿਆ ਹੈ, ਬਜ਼ੁਰਗ ਹੋ ਗਿਆ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਵੇਂ ਮੈਨੂੰ ਦਰਸ਼ਨ ਦੇਣ, ਮੈਂ ਇੱਕ ਵਾਰ ਕਿਰਪਾ ਨਿਧਾਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਖੜੇ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਜਿਸ ਤਰ੍ਹਾਂ ਦੇ ਨਾਲ ਚੰਦਰਮਾ ਨੂੰ ਵੇਖਣ ਵਾਸਤੇ ਚਕੋਰ ਦੇ ਮਨ ਵਿੱਚ ਤਾਂਘ ਲੱਗੀ ਰਹਿੰਦੀ ਹੈ, ਇੱਦਾਂ ਦੀ ਤਾਂਘ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦੀਦਾਰੇ ਕਰਨ ਵਾਸਤੇ ਰਾਏ ਬੁਲਾਰ ਜੀ ਦੇ ਅੰਦਰ ਵੀ ਲੱਗੀ ਹੋਈ ਹੈ।
ਪਦ ਕੰਜੀ ਅਨੂਪਾ। ਕਹਿੰਦੇ ਜਿਵੇਂ ਕਰਕੇ ਚਾਤਰਿਕ ਜਿਹੜਾ ਸਵੰਤੀ ਬੂੰਦ ਦੀ ਮੰਗ ਕਰਦਾ ਹੈ ਨਾ, ਇਦਾਂ ਫਿਰ ਦਰਸ਼ਨਾਂ ਦੀ ਤਾਂਘ ਹੈ ਜਿਹੜੀ ਰਾਏ ਬੁਲਾਰ ਜੀ ਦੇ ਅੰਦਰ ਲੱਗੀ ਹੋਈ ਹੈ। ਮਰਦਾਨੇ ਕਾਰਜ ਮੇਰਾ ਹੋਵੇ ਨੀ ਸਦਾ ਮੈਂ ਤੇਰਾ। ਹੁਣ ਇੱਕ ਤਰਲਾ ਲੈਂਦੇ ਆ, ਜੋਤੜੀ ਕਰਦੇ ਨੇ। ਰਾਏ ਬੁਲਾਰ ਕਹਿੰਦੇ ਮਰਦਾਨਿਆ ਮੈਂ ਤੇਰਾ ਰਿਣੀ ਰਵਾਂਗਾ, ਤੂੰ ਮੇਰਾ ਆਹ ਵਾਲਾ ਕਾਰਜ, ਇਹ ਵਾਲਾ ਕੰਮ ਜਿਹੜਾ ਕਰ ਦੇਣਾ ਕਰ। ਅਸਾਨ ਕਬ ਨਾ ਮਨ ਨਾ ਭੁਲਾਊਂ, ਜੇ ਦਰਸ਼ਨ ਨਾਨਕ ਅਬ ਪਾਊ। ਕਹਿੰਦੇ ਮੈਂ ਆਪਣੇ ਮਨ ਵਿੱਚੋਂ ਕਦੇ ਵੀ ਤੇਰਾ ਅਹਿਸਾਨ ਨਹੀਂ ਭੁਲਾਵਾਂਗਾ, ਪਰ ਕਾਹਦੇ ਵਾਸਤੇ? ਇੱਕ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦੀਦਾਰੇ ਮੈਨੂੰ ਨਸੀਬ ਹੋ ਜਾਣ। ਤੂੰ ਕੋਈ ਯਤਨ ਕਰ ਜਿਸ ਤਰ੍ਹਾਂ ਦੇ ਨਾਲ ਮੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਣ। ਪਰਮ ਕਰੇ ਪਰਮਕਾਰਾ, ਦਰਸ਼ਨ ਦਰਸ਼ਨ ਇੱਕ ਉਦਾਰ ਸੋ ਆਓ ਦਰਸ਼ਨ ਇੱਕ ਬਾਰਾ। ਮਰਦਾਨਿਆਂ ਮੇਰੇ ਉੱਪਰ ਪਾਰੇ ਉਪਕਾਰ ਕਰ ਦੇ, ਤੂੰ ਇੱਕ ਵਾਰ ਮੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦੀਦਾਰੇ ਕਰਵਾ ਦੇ। ਕੇ ਕੋ ਪਾਰਸ ਦੇਈ, ਜਸਿਆਮੀ ਕੋ ਆਮ ਮਟੇਈ। ਜਿਵੇਂ ਫਿਰ ਇੱਕ ਕੰਗਾਲ ਨੂੰ ਬਹੁਤ ਸਾਰਾ ਧਨ ਮਿਲ ਜਾਂਦਾ ਹੈ, ਜਿਵੇਂ ਰੋਗੀ ਦੇ ਰੋਗ ਕੱਟੇ ਜਾਂਦੇ ਹਨ, ਐਵੇਂ ਕਰਕੇ ਰਾਏ ਬੁਲਾਰ ਆਖ ਰਹੇ ਨੇ ਮੇਰੇ ਅੰਦਰ ਦੇ ਰੋਗ ਕੱਟੇ ਜਾਣਗੇ ਗੁਰੂ ਨਾਨਕ ਸਾਹਿਬ ਦੇ ਦੀਦਾਰੇ ਕਰਕੇ। ਅੱਗੋਂ ਫਿਰ ਮਰਦਾਨਾ ਜੀ ਕਹਿੰਦੇ ਨੇ ਰਾਏ ਜੀ ਇਹ ਵਾਲਾ ਕੰਮ ਇੰਨੀ ਛੇਤੀ ਮੈਂ ਕਿਵੇਂ ਕਰ ਸਕਦਾ ਹਾਂ? ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦੇ ਕੋਲੋਂ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ, ਇੰਨੀ ਛੇਤੀ ਮੈਂ ਕਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਪ ਜੀ ਨੂੰ ਦੀਦਾਰੇ ਕਰਵਾਵਾਂ? ਕਹਿਣ ਲੱਗੇ ਫਿਰ ਮਰਦਾਨਾ ਜੀ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਮੇਰੇ ਹੱਥਾਂ ਵਿੱਚ ਥੋੜ੍ਹੀ ਹੈ ਕਿ ਮੈਂ ਤੁਹਾਨੂੰ ਦਰਸ਼ਨ ਕਰਵਾ ਦੇਵਾਂ। ਜੇ ਤੁਹਾਡੇ ਅੰਦਰ ਕੋਈ ਦਰਸ਼ਨਾਂ ਦੀ ਚਾਹਤ ਹੈ ਫਿਰ ਨਾਲ ਮੇਰੇ ਇੱਕ ਸਾਥੀ ਭੇਜ ਦੇਵੋ, ਮੈਂ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੇਨਤੀ ਕਰ ਲਵਾਂਗਾ। ਅਸੀਂ ਤੁਹਾਡੇ ਵੱਲੋਂ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੇਨਤੀ ਕਰਾਂਗੇ ਕਿ ਰਾਏ ਜੀ ਜਿਹੜੇ ਹਨ ਉਹ ਦਰਸ਼ਨ ਮੰਗਦੇ ਹਨ। ਜਦੋਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਸੁਣਨਗੇ ਫਿਰ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਨੂੰ ਦਰਸ਼ਨ ਦੇਣ ਵਾਸਤੇ ਆ ਜਾਣਗੇ। ਜਦੋਂ ਅਸੀਂ ਆਪ ਜੀ ਦੇ ਪੱਖ ਤੋਂ ਜਾ ਕੇ ਬੇਨਤੀ ਕਰਾਂਗੇ, ਮਰਦਾਨਾ ਜੀ ਰਾਏ ਜੀ ਨੂੰ ਆਖ ਰਹੇ ਹਨ ਕਿ ਜੇਕਰ ਦਰਸ਼ਨ ਕਰਨੇ ਆ ਤੇ ਮੇਰੇ ਨਾਲ ਭੇਜਣਾ ਕਰੋ ਕਿਸੇ ਨੂੰ।